ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਜਿਵੇਂ ਕਿ ਆਪ ਜਾਣਦੇ ਹੀ ਹੋ, ਭਾਈ ਗੁਰਦਾਸ ਜੀ ਦੀ ਜੋ ਰਚਨਾਵਾਂ ਹਨ ਉਹਨਾਂ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਜਾਂਦਾ ਹੈ, ਕਿਉਂਕਿ ਉਹਨਾਂ ਨੇ ਬਹੁਤ ਹੀ ਵਿਸਥਾਰ ਵਿੱਚ ਗੁਰਬਾਣੀ ਦੇ ਪਹਿਲੂਆਂ ਨੂੰ ਬਹੁਤ ਹੀ ਵਿਸਥਾਰ ਨਾਲ ਖੋਲ੍ਹ ਕੇ ਦੱਸਿਆ ਹੈ। ਤਾਂ ਉਹਨਾਂ ਤੋਂ ਬਾਅਦ ਇੱਕੋ ਇੱਕ ਸਿੱਖ ਹਨ ਭਾਈ ਨੰਦ ਲਾਲ ਸਿੰਘ ਜੀ। ਉਹਨਾਂ ਦੀਆਂ ਰਚਨਾਵਾਂ ਨੂੰ ਵੀ ਪੜ੍ਹਨ ਦਾ ਸਿੱਖ ਕੌਮ ਵਿੱਚ ਵਿਧਾਨ ਹੈ। ਭਾਵ ਕੀਰਤਨ ਵਿੱਚ ਜਿੱਥੇ ਆਪਾਂ ਗੁਰਬਾਣੀ ਦਾ ਕੀਰਤਨ ਕਰਦੇ ਹਾਂ, ਉੱਥੇ ਭਾਈ ਗੁਰਦਾਸ ਜੀ ਅਤੇ ਉਹਨਾਂ ਤੋਂ ਬਾਅਦ ਭਾਈ ਨੰਦ ਲਾਲ ਸਿੰਘ ਜੀ ਦੀਆਂ ਰਚਨਾਵਾਂ ਹੀ, ਸਿਰਫ ਉਹਨਾਂ ਦਾ ਹੀ ਕੀਰਤਨ ਹੋ ਸਕਦਾ ਹੈ। ਤਾਂ ਭਾਈ ਨੰਦ ਲਾਲ ਸਿੰਘ ਜੀ ਦਾ ਜੀਵਨ ਬਹੁਤ ਹੀ ਰੌਚਕ ਹੈ। ਮੈਂ ਆਪ ਜੀ ਨੂੰ ਅੱਜ ਇਸ ਵਿੱਚ ਸਾਰਾ ਉਹਨਾਂ ਦਾ ਜੀਵਨ ਬਾਰੇ ਬਿਆਨ ਕਰਾਂਗੀ। ਤਾਂ ਉਹਨਾਂ ਦਾ ਬਹੁਤ ਹੀ ਪਿਆਰਾ ਜੀਵਨ, ਬਹੁਤ ਹੀ ਪਿਆਰ ਭਰੀ ਸ਼ਖਸੀਅਤ, ਜਿਨ੍ਹਾਂ ਦਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਅੰਤਾਂ ਦਾ ਪਿਆਰ ਸੀ, ਤਾਂ ਉਸ ਬਾਰੇ ਆਪ ਜੀ ਨਾਲ ਵਿਚਾਰ ਸਾਂਝੇ ਕਰਾਂਗੀ। ਆਸ ਹੈ ਆਪ ਜੀ ਇਸ ਨੂੰ ਬਹੁਤ ਹੀ ਪਿਆਰ ਨਾਲ ਸਰਵਣ ਕਰੋਗੇ। ਤਾਂ ਸ਼੍ਰੀ ਅਕਾਲ ਦੇ ਨਿਵਾਜੇ ਹੋਏ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਜੋੜ ਸ਼ਖਸੀਅਤ ਨੂੰ ਆਪੋ ਆਪਣੀ ਸੀਮਤ ਮਨੁੱਖ ਬੁੱਧੀ ਅਨੁਸਾਰ ਸਮਕਾਲੀਏ ਅਤੇ ਬਾਅਦ ਦੇ ਇਤਿਹਾਸਕਾਰਾਂ ਨੇ ਅਣਮਤੀਆਂ, ਕਵੀਆਂ ਅਤੇ ਸ਼ਰਧਾਲੂਆਂ ਵੱਲੋਂ ਬਿਆਨਣ ਦਾ ਯਤਨ ਹੁੰਦਾ ਆਇਆ ਹੈ। ਜੇ ਇੱਕ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਰਦ ਅਗੰਮੜਾ ਅਤੇ ਆਪੇ ਗੁਰਚੇਲਾ ਕਰਕੇ ਦਰਸਾਇਆ ਅਤੇ ਵਡਿਆਇਆ ਹੈ, ਤਾਂ ਦੂਜੇ ਨੇ ਸਰਬੰਸ ਦਾਨੀ, ਅਦੁੱਤੀ ਯੋਧਾ, ਧਰਮ ਰੱਖਿਅਕ ਅਤੇ ਉਪਕਾਰੀ ਆ ਕੇ ਗੁਣ ਗਾਏ ਹਨ। ਜੇ ਕੁਝ ਨੇ ਉਹਨਾਂ ਨੂੰ ਸੰਤ ਸਿਪਾਹੀ ਅਤੇ ਪੰਥ ਦਾ ਵਾਲੀ ਕਰਕੇ ਪੂਜਿਆ ਹੈ, ਤਾਂ ਹੋਰਨਾਂ ਨੇ ਮਹਾਨ ਕਵੀ, ਖਾਲਸੇ ਦੀ ਸਿਰਜਣਾ ਕਰਨ ਵਾਲਾ ਮਹਾਨ ਉਸਰਈਆ ਅਤੇ ਇੱਕ ਅਕਾਲ ਦਾ ਪੁਜਾਰੀ ਕਰਕੇ ਨਮਸਕਾਰਿਆ ਹੈ। ਪਰੰਤੂ ਦਸ਼ਮੇਸ਼ ਜੀ ਬਾਰੇ ਖਿੱਚੇ ਇਹ ਸਾਰੇ ਚਿੱਤਰ ਅਧੂਰੇ ਭਾਸਣਗੇ ਜੇ ਇਹਨਾਂ ਵਿੱਚ ਸਾਹਿਬਾਂ ਦੇ ਹਜੂਰੀ ਕਵੀ ਅਤੇ ਅਨੰਨ ਸਿੱਖ ਆਸ਼ਕ ਸਾਧਕ ਭਾਈ ਨੰਦ ਲਾਲ ਸਿੰਘ ਜੀ ਵੱਲੋਂ ਵਿਸਮਾਦਤ ਹੋ ਕੇ ਗੁਰੂਦੇਵ ਦੀ ਜੋ ਖਿੱਚੀ ਤਸਵੀਰ ਹੈ, ਇਸ ਵਿੱਚ ਸ਼ਾਮਲ ਨਾ ਕੀਤੀ ਜਾਵੇ। ਸ਼ਬਦਾਂ ਰਾਹੀਂ ਪ੍ਰਗਟਾਏ ਭਾਵਾਂ ਦੀ ਇਸ ਲੌਕਿਕ ਚਿੱਤਰਕਾਰੀ ਦੇ ਕਮਾਲ ਦਾ ਰਾਜ ਕੀ ਸੀ, ਇਹ ਜਾਣਨ ਲਈ ਸਾਨੂੰ ਭਾਈ ਸਾਹਿਬ ਜੀ ਦੀ ਇਸ ਜੀਵਨ ਰਚਨਾ 'ਤੇ ਇੱਕ ਝਾਤ ਮਾਰਨੀ ਪਵੇਗੀ। ਭਾਈ ਨੰਦ ਲਾਲ ਜੀ ਦੇ ਬਜ਼ੁਰਗਾਂ ਦੇ ਅਸਲੀ ਵਤਨ ਬਾਰੇ ਇਸ ਬਾਰੇ ਪੱਕੀ ਤਰ੍ਹਾਂ ਕੁਝ ਨਹੀਂ ਕਿਹਾ ਜਾ ਸਕਦਾ। ਇਤਿਹਾਸਕ ਪੁਸਤਕਾਂ ਅਤੇ ਖਾਨਦਾਨੀ ਰਵਾਇਤਾਂ ਇਸ ਬਾਬਤ ਸਾਡੀ ਕੋਈ ਸਹਾਇਤਾ ਨਹੀਂ ਕਰਦੀਆਂ। ਪਰ ਸੰਕਟ ਸਮੇਂ ਪਨਾਹ ਲੈਣ ਲਈ ਆਪ ਦਾ ਪੰਜਾਬ ਵਿੱਚ ਆ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਹਜ਼ੂਰ ਪੁੱਜਣਾ ਇਸ ਗੱਲ ਦੀ ਕਿਸੇ ਹੱਦ ਤੱਕ ਪੁਸ਼ਟੀ ਕਰਦਾ ਹੈ ਕਿ ਆਪ ਦੇ ਖਾਨਦਾਨ ਦਾ ਪੰਜਾਬ ਦੇਸ਼ ਅਤੇ ਸਿੱਖ ਗੁਰੂਆਂ ਨਾਲ ਪਹਿਲਾਂ ਤੋਂ ਹੀ ਸੰਬੰਧ ਸੀ, ਜਿਨ੍ਹਾਂ ਲਈ ਸ਼ਰਧਾ ਨੇ ਭਾਈ ਨੰਦ ਲਾਲ ਜੀ ਨੂੰ ਆਪਣਾ ਜਾਨ ਮਾਲ ਅਤੇ ਧਰਮ ਈਮਾਨ ਸਭ ਕੁਝ ਉਹਨਾਂ ਦੇ ਹਵਾਲੇ ਕਰਨ ਦੀ ਪ੍ਰੇਰਨਾ ਦਿੱਤੀ। ਭਾਈ ਨੰਦ ਲਾਲ ਜੀ ਦੇ ਪਿਤਾ ਛੱਜੂ ਮੱਲ ਫਾਰਸੀ ਅਤੇ ਅਰਬੀ ਦੇ ਚੰਗੇ ਵਿਦਵਾਨ ਮਾਲੂਮ ਹੁੰਦੇ ਹਨ। ਚੁਗੱਤਿਆਂ ਦੇ ਰਾਜ ਵਿੱਚ ਵਿਦਵਤਾ ਅਤੇ ਨਿੱਜੀ ਯੋਗਤਾ ਹੀ ਅਜਿਹੇ ਵਸੀਲੇ ਸਨ ਜਿਨ੍ਹਾਂ ਨਾਲ ਕੋਈ ਗੈਰ ਮੁਸਲਮਾਨ ਜਾਂ ਹਿੰਦੂ ਬਾਦਸ਼ਾਹੀ ਅਮਲੇ ਵਿੱਚ ਅਹਿਲਕਾਰ ਬਣ ਸਕਦਾ ਸੀ। ਸ਼ਾਹਜਹਾਂ ਦੇ ਵੇਲੇ ਮੁਨਸ਼ੀ ਛੱਜੂ ਮੱਲ ਰੁਜ਼ਗਾਰ ਦੀ ਭਾਲ ਵਿੱਚ ਦਿੱਲੀ ਪੁੱਜੇ ਅਤੇ ਸ਼ਾਹੀ ਮੁਨਸ਼ੀਖਾਨੇ ਵਿੱਚ ਨੌਕਰ ਹੋ ਗਏ। ਦਿੱਲੀ ਉਸ ਵੇਲੇ ਮੁਗਲਾਂ ਦੀ ਰਾਜਧਾਨੀ ਸੀ। ਇੱਥੇ ਮੁਨਸ਼ੀ ਛੱਜੂ ਮੱਲ ਦਾ ਮੇਲ ਸਹਿਜਾਦਾ ਦਾਰਾ ਸ਼ਕੋਹ ਨਾਲ ਹੋ ਗਿਆ। ਦਾਰਾ ਸੰਸਕ੍ਰਿਤੀ, ਭਾਸ਼ਾ ਅਤੇ ਭਾਰਤੀ ਵਿੱਦਿਆ ਦਾ ਇੱਕ ਚੰਗਾ ਪੰਡਤ ਸੀ ਅਤੇ ਹਿੰਦੂ ਵਿਦਵਾਨਾਂ ਦੀ ਬੜੀ ਕਦਰ ਕਰਦਾ ਸੀ। ਉਸ ਦੀਆਂ ਆਪਣੀਆਂ ਲਿਖਤਾਂ ਅਤੇ ਉਸ ਦੀ ਨਿਗਰਾਨੀ ਹੇਠ ਜਾਂ ਉਸ ਦੀ ਇੱਛਾ ਅਨੁਸਾਰ ਤਿਆਰ ਹੋਏ ਸੰਸਕ੍ਰਿਤੀ ਦੇ ਗ੍ਰੰਥਾਂ ਦੇ ਫਾਰਸੀ ਵਿੱਚ ਉਲਥੇ ਇਸ ਗੱਲ ਦੀ ਜਿਉਂਦੀ ਜਾਗਦੀ ਗਵਾਹੀ ਹਨ। ਮੁਨਸ਼ੀ ਛੱਜੂ ਮੱਲ ਦੀ ਵਿਦਵਤਾ ਅਤੇ ਇਮਾਨਦਾਰੀ ਨੇ ਸ਼ਹਿਜ਼ਾਦਾ ਦਾਰਾ ਸ਼ਕੋਹ ਦੇ ਦਿਲ ਵਿੱਚ ਅਜਿਹੀ ਥਾਂ ਬਣਾ ਲਈ ਕਿ ਜਦੋਂ ਬਾਦਸ਼ਾਹ ਸ਼ਾਹਜਹਾਂ ਨੇ 1639 ਈਸਵੀ ਵਿੱਚ ਸ਼ਹਿਜ਼ਾਦੇ ਨੂੰ ਕੰਧਾਰ ਦੀ ਪਹਿਲੀ ਮੁਹਿੰਮ ਉੱਤੇ ਭੇਜਿਆ, ਤਾਂ ਉਹ ਛੱਜੂ ਮੱਲ ਨੂੰ ਆਪਣਾ ਮੀਰ ਮੁਨਸ਼ੀ ਬਣਾ ਕੇ ਨਾਲ ਲੈ ਗਿਆ। ਇੱਥੇ ਆ ਕੇ ਮੁਨਸ਼ੀ ਛੱਜੂ ਮੱਲ ਦੀਵਾਨ ਦੀ ਪਦਵੀ ਪੁਰ ਨਿਯੁਕਤ ਹੋ ਗਏ ਅਤੇ ਬਹੁਤ ਸਾਰੇ ਮਾਲੀ, ਪ੍ਰਬੰਧਕੀ ਅਤੇ ਫੌਜੀ ਮਾਮਲੇ ਵੀ ਉਹਨਾਂ ਦੇ ਹਵਾਲੇ ਹੋ ਗਏ। ਸ਼ਹਿਜ਼ਾਦਾ ਤਾਂ ਛੇਤੀ ਹੀ ਕੰਧਾਰ ਤੋਂ ਪਰਤ ਆਇਆ, ਪਰ ਮੁਨਸ਼ੀ ਛੱਜੂ ਮੱਲ ਉੱਥੇ ਹੀ ਟਿਕੇ ਰਹੇ। ਰੱਬ ਦੀ ਮਰਜ਼ੀ, ਮੁਨਸ਼ੀ ਛੱਜੂ ਮੱਲ ਦੇ ਘਰ ਪਹਿਲੀ ਉਮਰੇ ਕੋਈ ਔਲਾਦ ਜਿਉਂਦੀ ਨਹੀਂ ਸੀ ਰਹਿੰਦੀ। ਬੱਚੇ ਛੋਟੀ ਉਮਰੇ ਹੀ ਮਰ ਜਾਂਦੇ ਸਨ। ਉਹਨਾਂ ਦੀ 50 ਸਾਲ ਦੀ ਆਯੂ ਤੱਕ ਉਹਨਾਂ ਦਾ ਕੋਈ ਵੀ ਅਣਜਾਣਾ ਨਾ ਜਿਉਂਦਾ ਰਹਿ ਸਕਿਆ। ਇਸ ਲਈ ਜਦ ਢਲਦੀ ਉਮਰੇ ਉਹਨਾਂ ਦੇ ਘਰ ਬਾਲ ਨੰਦ ਲਾਲ ਦਾ ਜਨਮ ਹੋਇਆ, ਤਾਂ ਕੋਈ ਖਾਸ ਖੁਸ਼ੀ ਨਾ ਕੀਤੀ ਗਈ। ਨੰਦ ਲਾਲ ਦੀ ਜਨਮ ਦੀ ਥਾਂ ਅਤੇ ਮਿਤੀ ਕਿਸੇ ਵੀ ਭਰੋਸੇਯੋਗ ਵਸੀਲੇ ਤੋਂ ਪ੍ਰਾਪਤ ਨਹੀਂ ਹੋ ਸਕੀ। ਖਾਨਦਾਨੀ ਕਾਗਜ਼ ਪੱਤਰ ਨਾ ਰਹੇ ਹੋਣ ਕਰਕੇ ਇਹਨਾਂ ਦੀ ਬੰਸ ਵਿੱਚੋਂ ਭਾਈ ਮੇਘਰਾਏ ਅਤੇ ਭਾਈ ਰਾਮ ਦਿਆਲ ਨੇ ਵੀ ਆਪਣੀਆਂ ਰਚਨਾਵਾਂ ਵਿੱਚ ਇਸ ਬਾਰੇ ਕੋਈ ਚਰਚਾ ਨਹੀਂ ਕੀਤੀ।
ਹਾਂ, ਸ਼੍ਰੀ ਪਰਮਾਨੰਦ ਅਰੋੜਾ ਜੀ ਨੇ ਆਪਣੇ ਇੱਕ ਲੇਖ ਵਿੱਚ ਭਾਈ ਨੰਦ ਲਾਲ ਦੀ ਜੀਵਨੀ ਅਤੇ ਰਚਨਾ ਵਿੱਚ ਉਹਨਾਂ ਦੇ ਜਨਮ ਦੀ ਤਾਰੀਖ 1633 ਈਸਵੀ ਅਤੇ ਥਾਂ ਗਜਨੀ ਦੱਸੇ ਹਨ। ਜਦ ਨੰਦ ਲਾਲ ਦੀ ਆਯੂ ਦੇ ਉਹ ਸਾਲ ਟੱਪ ਗਏ ਜਦੋਂ ਕਿ ਪਹਿਲੇ ਬੱਚੇ ਮਰ ਜਾਂਦੇ ਸਨ, ਤਾਂ ਦੀਵਾਨ ਛੱਜੂ ਮੱਲ ਨੇ ਉਹਨਾਂ ਦੀ ਪੜ੍ਹਾਈ ਅਤੇ ਪਰਵਰਿਸ਼ ਦਾ ਯੋਗ ਪ੍ਰਬੰਧ ਕਰਨਾ ਆਰੰਭ ਕਰ ਦਿੱਤਾ। ਇੱਕ ਅਰਬੀ ਫਾਰਸੀ ਦਾ ਵਿਦਵਾਨ ਉਹਨਾਂ ਨੂੰ ਪੜ੍ਹਾਉਣ ਲਈ ਲਗਾ ਦਿੱਤਾ ਅਤੇ ਦੀਵਾਨ ਛੱਜੂ ਮੱਲ ਆਪ ਵੀ ਖਾਸਾ ਸਮਾਂ ਪੁੱਤਰ ਦੀ ਵਿੱਦਿਆ ਦੀ ਦੇਖਭਾਲ 'ਤੇ ਲਾਉਂਦੇ। ਨੰਦ ਲਾਲ ਇੱਕ ਹੋਣਹਾਰ ਅਤੇ ਮਿਹਨਤੀ ਮੁੰਡਾ ਸੀ। ਛੇਤੀ ਹੀ ਪੜ੍ਹ ਲਿਖ ਕੇ ਉਹ ਤਾਕ ਹੋ ਗਿਆ। ਵਾਰਤਕ ਰਚਨਾ ਅਤੇ ਕਵਿਤਾ ਦਾ ਉਸਨੂੰ ਖਾਸ ਸ਼ੌਂਕ ਸੀ। ਇਨ੍ਹਾਂ ਵਿੱਚ ਉਸਨੇ ਬੜੀ ਨਿਪੁੰਨਤਾ ਪ੍ਰਾਪਤ ਕਰ ਲਈ। ਦੀਵਾਨ ਛੱਜੂ ਮੱਲ ਰਾਮਨੰਦੀ ਵੈਸ਼ਨੂ ਬੈਰਾਗੀਆਂ ਦਾ ਚੇਲਾ ਸੀ, ਪਰ ਇਉਂ ਮਾਲੂਮ ਹੁੰਦਾ ਹੈ ਜਿਵੇਂ ਨੰਦ ਲਾਲ ਉੱਤੇ ਬਚਪਨ ਤੋਂ ਹੀ ਸਿੱਖ ਮਤ ਦਾ ਪ੍ਰਭਾਵ ਪੈ ਗਿਆ ਹੋਇਆ ਸੀ। ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਅਫਗਾਨਿਸਤਾਨ ਵਿੱਚ ਸਿੱਖ ਸੰਗਤਾਂ ਮੌਜੂਦ ਸਨ ਅਤੇ ਕਾਬੁਲ, ਗਜਨੀ ਅਤੇ ਕੰਧਾਰ ਵਿੱਚ ਸਿੱਖ ਧਰਮਸ਼ਾਲਾ ਸਥਾਪਿਤ ਹੋ ਚੁੱਕੀਆਂ ਸਨ, ਜਿੱਥੇ ਸੰਗਤਾਂ ਸਵੇਰ ਸ਼ਾਮ ਇਕੱਤਰ ਹੋ ਕੇ ਸ਼ਬਦ ਕੀਰਤਨ ਕਰਦੀਆਂ ਅਤੇ ਗੁਰਮਤਿ ਦੀ ਵਿਚਾਰ ਕਰਦੀਆਂ ਸਨ। ਇਸ ਤਰ੍ਹਾਂ ਇੱਕ ਖਾਨਦਾਨੀ ਰਵਾਇਤ ਅਨੁਸਾਰ ਗੁਰਮਤਿ ਦੇ ਪ੍ਰਭਾਵ ਹੇਠ ਭਾਈ ਨੰਦ ਲਾਲ ਨੇ ਆਪਣੇ ਪਿਤਾ ਦੇ ਬਾਰ-ਬਾਰ ਕਹਿਣ ਪਰ ਵੀ ਬੈਰਾਗੀ ਗੁਰੂਆਂ ਤੋਂ ਦੀਖਿਆ ਲੈਣ ਅਤੇ ਕੰਠੀ ਪਾਉਣ ਤੋਂ ਨਾਂਹ ਕਰ ਦਿੱਤੀ ਸੀ। ਨੰਦ ਲਾਲ ਦੀ ਉਮਰ ਉਸ ਵੇਲੇ 16 ਕੁ ਸਾਲਾਂ ਦੀ ਹੋਵੇਗੀ ਜਦ ਕਿ ਉਸ ਦੀ ਮਾਤਾ ਗੁਜ਼ਰ ਗਈ। 2 ਸਾਲ ਪਿੱਛੋਂ ਪਿਤਾ ਦਾ ਹੱਥ ਵੀ ਸਿਰ ਤੋਂ ਜਾਂਦਾ ਰਿਹਾ। ਲਾਲਾ ਪਰਮਾਨੰਦ ਨੇ ਆਪਣੇ ਲੇਖ ਵਿੱਚ ਦੀਵਾਨ ਛੱਜੂ ਮੱਲ ਦੀ ਮ੍ਰਿਤੂ 1652 ਵਿੱਚ ਹੋਈ ਦੱਸੀ ਹੈ। ਇਸ ਤਰ੍ਹਾਂ ਯਤੀਮ ਹੋ ਜਾਣ ਕਾਰਨ ਭਾਈ ਨੰਦ ਲਾਲ ਦੇ ਸਿਰ 'ਤੇ ਮੁਸੀਬਤਾਂ ਦੇ ਭਾਰ ਟੁੱਟ ਪਏ। ਆਮ ਰਿਵਾਜ ਅਨੁਸਾਰ ਭਾਈ ਨੰਦ ਲਾਲ ਨੇ ਆਪਣੇ ਪਿਤਾ ਦੀ ਪਦਵੀ ਲਈ ਯਤਨ ਵੀ ਕੀਤਾ, ਪਰ ਉਹਨਾਂ ਦੇ ਪਿਤਾ ਦਾ ਮਿਹਰਬਾਨ ਸ਼ਹਿਜ਼ਾਦਾ ਦਾਰਾ ਸ਼ਿਕੋਹ ਗਜਨੀ ਤੋਂ ਜਾ ਚੁੱਕਾ ਸੀ। ਨਵਾਂ ਹਾਕਮ ਦੀਵਾਨ ਛੱਜੂ ਮੱਲ ਦੀ ਸੇਵਾ ਅਤੇ ਭਾਈ ਨੰਦ ਲਾਲ ਦੀ ਵਿਦਵਤਾ ਤੋਂ ਜਾਣੂ ਨਹੀਂ ਸੀ, ਜਿਸ ਕਰਕੇ ਉਸਨੇ ਇਨ੍ਹਾਂ ਵੱਲ ਕੋਈ ਵਿਸ਼ੇਸ਼ ਧਿਆਨ ਨਾ ਦਿੱਤਾ ਅਤੇ ਨੰਦ ਲਾਲ ਨੂੰ ਇੱਕ ਨਵੇਂ ਆਮ ਆਦਮੀ ਵਾਂਗ ਇੱਕ ਸਧਾਰਨ ਮੁਨਸ਼ੀ ਦੀ ਪਦਵੀ ਪੇਸ਼ ਕੀਤੀ। ਪਰ ਭਾਈ ਨੰਦ ਲਾਲ ਦੀ ਅਣਖ ਨੇ ਅਜਿਹੀ ਪਦਵੀ ਉਸ ਸਥਾਨ 'ਤੇ ਪ੍ਰਵਾਨ ਨਾ ਕੀਤੀ ਜਿੱਥੇ ਕਿ ਉਸ ਦੇ ਪਿਤਾ ਰਾਜ ਦਰਬਾਰ ਦੇ ਇੱਕ ਮੁਖੀ ਰਹਿ ਚੁੱਕੇ ਸਨ। ਹੁਣ ਉਹ ਪ੍ਰਦੇਸ਼ ਵਿੱਚ ਬਿਨਾਂ ਕਿਸੇ ਸਹਾਰੇ ਦੇ ਸਨ। ਉਹਨਾਂ ਦੇ 2 ਹੋਰ ਛੋਟੇ ਭਰਾ ਵੀ ਸਨ, ਜਿਨ੍ਹਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਉਹਨਾਂ ਦੇ ਮੋਢਿਆਂ 'ਤੇ ਸੀ। ਭਾਈ ਨੰਦ ਲਾਲ ਨੇ ਮਹਿਸੂਸ ਕੀਤਾ ਕਿ ਹੁਣ ਉਹ ਗਜਨੀ ਸ਼ਹਿਰ ਵਿੱਚ ਨਹੀਂ ਰਹਿਣਗੇ ਅਤੇ ਇਸ ਲਈ ਉਹਨਾਂ ਨੇ ਆਪਣਾ ਹਿੰਦੁਸਤਾਨ ਆਉਣ ਦਾ ਮਨ ਬਣਾ ਲਿਆ। ਗਜਨੀ ਵਿੱਚ ਭਾਈ ਨੰਦ ਲਾਲ ਦੇ ਪਿਤਾ ਦੀਵਾਨ ਛੱਜੂ ਮੱਲ ਕਾਫੀ ਰੁਪਈਆ, ਪੈਸਾ ਅਤੇ ਜਾਇਦਾਦ ਛੱਡ ਗਏ ਸਨ, ਪਰ ਰੁਪਈਆ ਪੈਸਾ ਖਿਲਰਿਆ ਹੋਇਆ ਸੀ। ਇਸ ਲਈ ਉਹਨਾਂ ਨੇ ਆਪਣੀ ਸਾਰੀ ਜਾਇਦਾਦ ਵੇਚ-ਵੱਟ ਕੇ ਆਪਣੀ ਨਕਦੀ ਵਿੱਚ ਬਦਲ ਲਈ ਅਤੇ ਆਪਣੇ 2 ਭਰਾਵਾਂ ਅਤੇ 2 ਅਫਗਾਨ ਨੌਕਰਾਂ ਸਮੇਤ ਮੁਲਤਾਨ ਨੂੰ ਜਾਣ ਵਾਲੇ ਕਾਫਲੇ ਵਿੱਚ ਸ਼ਾਮਲ ਹੋ ਗਏ। ਮੁਲਤਾਨ ਚਿਰ ਤੋਂ ਭਾਰਤ ਦੇ ਪ੍ਰਸਿੱਧ ਸ਼ਹਿਰਾਂ ਵਿੱਚੋਂ ਸੀ ਅਤੇ ਇੱਕ ਵਪਾਰੀਆਂ ਦਾ ਇੱਕ ਚੰਗਾ ਟਿਕਾਣਾ ਸੀ। ਜਦ ਭਾਈ ਨੰਦ ਲਾਲ ਦਾ ਕਾਫਲਾ ਇੱਥੇ ਪੁੱਜਾ ਅਤੇ ਸ਼ਹਿਰ ਦੇ ਧਨਾੜ ਹਿੰਦੂ ਖੱਤਰੀਆਂ ਦਾ ਆਪਸ 'ਚ ਮੇਲ ਮਿਲਾਪ ਵਧਣ ਲੱਗਾ, ਤਾਂ ਆਪਨੇ ਇੱਥੇ ਟਿਕ ਜਾਣ ਦਾ ਫੈਸਲਾ ਕਰ ਲਿਆ ਅਤੇ ਇੱਥੇ ਹੀ ਆਪਣਾ ਮਕਾਨ ਬਣਾ ਲਿਆ। ਇੱਥੇ ਹੀ ਆਪ ਦਾ ਵਿਆਹ ਹੋ ਗਿਆ। ਆਪ ਦਾ ਸਹੁਰਾ ਘਰ ਗੁਰੂ ਘਰ ਦਾ ਸ਼ਰਧਾਲੂ ਸੀ। ਆਪ ਦੀ ਘਰਵਾਲੀ ਗੁਰੂ ਘਰ ਦੀ ਸ਼ਰਧਾਲੂ ਹੋਣ ਕਰਕੇ ਨਿਤ ਅੰਮ੍ਰਿਤ ਵੇਲੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਪੜ੍ਹਦੀ, ਜਿਸ ਤੋਂ ਭਾਈ ਸਾਹਿਬ ਦੇ ਮਨ ਵਿੱਚ ਸਿੱਖੀ ਦੀ ਪ੍ਰੀਤ ਉਪਜੀ। ਦਿਨੋਂ ਦਿਨ ਗੁਰਬਾਣੀ ਉੱਤੇ ਵਿਸ਼ਵਾਸ ਪਰਪੱਕ ਹੁੰਦਾ ਗਿਆ, ਜਿਸ ਨਾਲ ਦਿਲ ਨੂੰ ਡੂੰਘਾ ਸੁੱਖ, ਸ਼ਾਂਤੀ ਅਤੇ ਚੈਨ ਪ੍ਰਾਪਤ ਹੋਇਆ। ਇੱਥੇ ਹੀ ਉਹਨਾਂ ਨੇ ਗੁਰਮੁਖੀ ਅੱਖਰ ਪੜ੍ਹੇ ਅਤੇ ਬਹੁਤ ਸਾਰੀ ਬਾਣੀ ਵੀ ਕੰਠ ਕਰ ਲਈ। ਆਪ ਨੇ ਇਸ ਸਮੇਂ ਇੱਥੇ ਤੌਸੀਫੇ ਸਨਾ ਆਦਿ ਕੁਝ ਪੁਸਤਕਾਂ ਵੀ ਰਚੀਆਂ ਅਤੇ ਵਿੱਦਿਆ ਦੇ ਮੁਤਲਾਸ਼ੀ ਸੱਜਣਾਂ ਨੂੰ ਸੰਥਾ ਦੇਣ ਦੀ ਸੇਵਾ ਵੀ ਜਾਰੀ ਰੱਖੀ। ਲਾਲਾ ਪਰਮਾਨੰਦ ਆਪਣੇ ਲੇਖ ਭਾਈ ਨੰਦ ਲਾਲ ਦੀ ਜੀਵਨੀ ਅਤੇ ਰਚਨਾ ਵਿੱਚ ਲਿਖਦੇ ਹਨ ਕਿ ਮੁਨਸ਼ੀ ਨੰਦ ਲਾਲ ਦੀ ਰਚਨਾ ਦਸਤੂਰ, ਇਨਸ਼ਾ, ਮੁਲਤਾਨ ਅਤੇ ਪੰਜਾਬ ਦੀ ਤਾਰੀਖ ਦਾ ਇੱਕ ਕੀਮਤੀ ਖਜ਼ਾਨਾ ਹੈ। ਉਸ ਸਮੇਂ ਦੀਆਂ ਘਟਨਾਵਾਂ ਬਾਰੇ ਜਿਹੜੇ ਵਿਸਥਾਰ ਇਸ ਵਿੱਚ ਮਿਲਦੇ ਹਨ, ਹੋਰ ਕਿਧਰੇ ਨਹੀਂ ਮਿਲਦੇ। ਇਹ ਰਚਨਾ ਨਾ ਕੇਵਲ ਦੇਸ਼ ਦੇ ਰਾਜਨੀਤਿਕ ਅਤੇ ਸਮਾਜਿਕ ਮਾਮਲਿਆਂ 'ਤੇ ਹੀ ਚਾਨਣ ਪਾਉਂਦੀ ਹੈ, ਸਗੋਂ ਭਾਈ ਸਾਹਿਬ ਦੇ ਜੀਵਨ ਦੇ ਉਤਾਰ ਚੜ੍ਹਾਅ ਦਾ ਵੀ ਇਨ-ਬਿਨ ਨਕਸ਼ਾ ਪੇਸ਼ ਕਰਦੀ ਹੈ ਕਿ ਉਹ ਕਿਸ ਤਰ੍ਹਾਂ 1652 ਈਸਵੀ ਵਿੱਚ ਫਾਰਸੀ ਅਰਬੀ ਵਿੱਚ ਆਪਣੀ ਲਿਆਕਤ ਅਤੇ ਮੁਹਾਰਤ ਦੇ ਵਸੀਲੇ ਮੁਲਤਾਨ ਦੇ ਹਾਕਮ ਨਵਾਬ ਖਾਨ ਦੇ ਦਫ਼ਤਰ ਵਿੱਚ ਮੁਨਸ਼ੀ ਦੇ ਪਦ ਪੁਰ ਨਿਯੁਕਤ ਹੋਏ। ਨਵਾਬ ਸਾਹਿਬ ਚਿਰ ਤੋਂ ਭਾਈ ਸਾਹਿਬ ਦੇ ਪਿਤਾ ਦੀਵਾਨ ਛੱਜੂ ਮੱਲ ਦੇ ਵਾਕਫ ਸਨ, ਪਰ ਆਪ ਪਾਸ ਜੋ ਸਭ ਤੋਂ ਵੱਡੀ ਸਿਫਾਰਿਸ਼ ਸੀ ਉਹ ਸੀ ਆਪ ਦੀ ਇਮਾਨਦਾਰੀ ਅਤੇ ਮਿਹਨਤ।
ਜਿਸ ਕਾਰਨ ਉਹ ਆਪ ਜਲਦੀ ਹੀ ਮੀਰ ਮੁਨਸ਼ੀ ਦੀ ਪਦਵੀ 'ਤੇ ਪੁੱਜ ਗਏ। ਪਿੱਛੋਂ ਆਪ ਕਿਲੇਦਾਰ ਤੇ ਫੌਜਦਾਰ ਵੀ ਬਣਾ ਦਿੱਤੇ ਗਏ, ਜਿੱਥੇ ਆਪ ਦੇ ਨਾਲੋਂ ਇਲਾਕੇ ਦੇ ਜ਼ਿਮੀਂਦਾਰਾਂ ਤੇ 5,000 ਰੁਪਇਆ ਪੇਸ਼ਗੀ ਜਾਂ ਕਰਜ਼ੇ ਵਜੋਂ ਜਮ੍ਹਾਂ ਕਰਕੇ ਭੇਜਣ ਦਾ ਪਰਵਾਨਾ ਜਾਰੀ ਹੋਇਆ। ਇਸ ਪਰ ਆਪ ਨੇ ਯਥਾ ਸ਼ਕਤ ਅਮਲ ਕਰ ਦਿੱਤਾ। ਆਪ ਦੀ ਸਭ ਤੋਂ ਵੱਡੀ ਪਦਵੀ ਜਿਸ 'ਤੇ ਆਪ ਨਿਯੁਕਤ ਹੋਏ ਉਹ ਸੀ ਮੁਲਤਾਨ ਦੀ ਨਾਇਬ ਸੂਬੇਦਾਰੀ। ਉਹ ਕਿੰਨਾ ਹੀ ਚਿਰ ਮੁਲਤਾਨ ਦੇ ਨਾਇਬ ਸੂਬੇਦਾਰ ਰਹੇ। ਇਸ ਤੋਂ ਇਲਾਵਾ ਲਾਲਾ ਪਰਮਾਨੰਦ ਦੀ ਲਿਖਤ ਅਨੁਸਾਰ ਭਾਈ ਨੰਦ ਲਾਲ ਜੀ ਫੌਜੀ ਸੇਵਾਵਾਂ ਵੀ ਨਿਭਾਉਂਦੇ ਰਹੇ। ਉਹ ਇੱਕ ਤਕੜੀ ਫੌਜ ਦੇ ਵੀ ਮਾਲਕ ਬਣਾਏ ਗਏ। ਪਰ ਹਾਲੀ ਕੁਦਰਤ ਨੂੰ ਭਾਈ ਨੰਦ ਲਾਲ ਦੇ ਜੀਵਨ ਵਿੱਚ ਇੱਕ ਹੋਰ ਵੱਡੀ ਤਬਦੀਲੀ ਲਿਆਉਣਾ ਮਨਜ਼ੂਰ ਸੀ। ਸਮਰਾਟ ਔਰੰਗਜ਼ੇਬ ਦੇ ਸਮੇਂ ਭਾਈ ਨੰਦ ਲਾਲ ਨੂੰ ਕਿਸੇ ਕਾਰਨ ਨੌਕਰੀਆਂ ਜਵਾਬ ਦੇ ਦਿੱਤਾ ਗਿਆ ਤਾਂ ਭਾਈ ਨੰਦ ਲਾਲ ਨੇ ਆਪਣੀ ਬਹਾਲੀ ਲਈ ਭਾਵੇਂ ਕੋਸ਼ਿਸ਼ ਕੀਤੀ, ਪਰ ਉਹ ਸਫਲ ਨਾ ਹੋ ਸਕੇ। ਕੁਝ ਚਿਰ ਲਈ ਉਹ ਇਕਾਂਤਵਾਸ ਹੋ ਗਏ ਅਤੇ ਆਪਣਾ ਵਧੇਰਾ ਸਮਾਂ ਸਿੱਖ ਧਰਮ ਦੀਆਂ ਪੁਸਤਕਾਂ ਪੜ੍ਹਨ ਵਿੱਚ ਲਾਉਂਦੇ। ਉਸ ਸਮੇਂ ਗੁਰਗੱਦੀ ਉੱਪਰ 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਿਰਾਜਮਾਨ ਸਨ, ਜਿਨ੍ਹਾਂ ਦਾ ਦੀਨ ਦੁਨੀ ਦੇ ਕੰਮਾਂ ਦਾ ਸੁਲਝਿਆ ਪ੍ਰਬੰਧ, ਉੱਚੀ ਵਿਦਵਤਾ, ਨਿਪੁੰਨਤਾ ਅਤੇ ਕਦਰ ਕਮਾਲ ਨੇ ਸੰਸਾਰ ਨੂੰ ਚਕਿਤ ਕਰ ਰੱਖਿਆ ਸੀ। ਸਿੱਖਾਂ ਦੀ ਸ਼ਰਧਾ ਨਿੱਤ ਵੱਧਦੀ ਜਾ ਰਹੀ ਸੀ ਅਤੇ ਉਹ ਇੱਕ ਨਵੀਂ ਸੰਗਠਿਤ ਕੌਮ ਦੇ ਰੂਪ ਵਿੱਚ ਉੱਠ ਰਹੇ ਸਨ। ਇਹਨਾਂ ਦੀ ਦਿਨੋਂ ਦਿਨ ਵੱਧਦੀ ਜਾ ਰਹੀ ਸ਼ਾਨ ਅਤੇ ਸ਼ਕਤੀ ਕਾਰਨ ਮੁਗਲ ਹਕੂਮਤ ਦਾ ਦਿਲ ਧੜਕ ਰਿਹਾ ਸੀ। ਰੱਬੀ ਮਿਹਰ ਸਦਕਾ ਭਾਈ ਨੰਦ ਲਾਲ ਦੇ ਦਿਲ ਵਿੱਚ 10ਮ ਪਾਤਸ਼ਾਹ ਦਰਸ਼ਨਾਂ ਦੀ ਤੜਪ ਪੈਦਾ ਹੋਈ ਅਤੇ ਉਹ ਆਪਣੇ ਬਾਲ ਬੱਚਿਆਂ ਲਖਪਤ ਰਾਏ ਅਤੇ ਲੀਲਾ ਰਾਮ ਦਾ ਯੋਗ ਪ੍ਰਬੰਧ ਕਰਕੇ ਮੁਲਤਾਨ ਤੋਂ ਚੱਲ ਕੇ ਲਾਹੌਰ ਆਏ। ਕੁਝ ਦਿਨ ਉੱਥੇ ਠਹਿਰਨ ਪਿੱਛੋਂ ਉਹ ਅੰਮ੍ਰਿਤਸਰ ਪੁੱਜੇ ਅਤੇ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ ਅਤੇ ਨੈਣਾ ਅਤੇ ਸੀਨੇ ਨੂੰ ਠੰਡ ਪਈ। ਫਿਰ ਉਹ ਰਾਹ ਵਿੱਚ ਪੈਂਦੇ ਗੁਰਧਾਮਾਂ ਦੇ ਦਰਸ਼ਨ ਦੀਦਾਰ ਕਰਦੇ ਹੋਏ ਮਾਖੋਵਾਲ ਆਨੰਦਪੁਰ ਪੁੱਜੇ, ਜਿੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬਿਰਾਜਮਾਨ ਸਨ। ਬਸ ਦਰਸ਼ਨ ਕਰਨਾ ਸੀ ਕਿ ਆਪ ਅਜਿਹੇ ਸ਼ਰਧਾਲੂ ਹੋਏ ਕਿ ਨੂਰੀ ਦੀਦਾਰ ਕਰਕੇ ਸਰਸ਼ਾਰ ਹੋ ਗਈ, ਦੀਖਿਆ ਲਈ ਅਤੇ ਅਨੰਨ ਸਿੱਖ ਦੀ ਪਦਵੀ ਪ੍ਰਾਪਤ ਕੀਤੀ। ਪ੍ਰੀਤ ਰੀਤ ਦੇ ਵਲਵਲਿਆਂ ਤੇ ਚੋਜਾਂ ਨੇ ਪ੍ਰੇਮ ਮੰਡਲ ਦੇ ਪਰਬਤਾਂ ਦੀਆਂ ਜਿਨ੍ਹਾਂ ਚੋਟੀਆਂ ਨੂੰ ਇੱਥੇ ਛੋਹਿਆ, ਸਿਦਕ, ਪਿਆਰ ਤੇ ਪ੍ਰੀਤ ਖਿੱਚਾਂ ਦੀ ਦੁਵੱਲੀ ਪ੍ਰੀਤ ਨੇ ਫਾਰਸੀ ਕਵਿਤਾ ਦਾ ਰੂਪ ਧਾਰ ਗੁਰਭਾਵਨਾ ਤੇ ਮੁਰਸ਼ਦ ਤੇ ਮੁਰੀਦ ਦੀ ਜੋ ਅਭੇਦਤਾ ਇੱਥੇ ਦਰਸਾਈ, ਉਹ ਪੜ੍ਹਨ ਸੁਣਨ ਵਾਲੇ ਸਿਦਕੀ ਜਗਿਆਸੂਆਂ ਉੱਤੇ ਸਦਾ ਸਿੱਖੀ, ਸਿਦਕ, ਭਰੋਸਾ ਤੇ ਜੀ ਦਾਨ ਦੀ ਬਾਰਿਸ਼ ਬਰਸਾਉਂਦੀ ਰਹੇਗੀ। ਗੋਇਆ ਜੋ ਆਪ ਜੀ ਦਾ ਮੋਹਰ ਛਾਪ ਸੀ, ਉਸ ਦੇ ਨਾਮ ਹੇਠ ਆਪ ਜੀ ਦਾ ਲਿਖਿਆ ਹੋਇਆ ਗਜ਼ਲਾਂ ਦਾ ਦੀਵਾਨ ਆਪਣੇ ਅੰਦਾਜ਼ ਵਿੱਚ ਗੁਰਮਤ ਦੀਆਂ ਰਮਜ਼ਾਂ ਉਸੇ ਤਰ੍ਹਾਂ ਖੋਲ੍ਹਣ ਦੇ ਸਮਰੱਥ ਹੈ ਜਿਵੇਂ ਭਾਈ ਗੁਰਦਾਸ ਜੀ ਦੀਆਂ ਵਾਰਾਂ। ਗੁਰਮਤ ਦੇ ਇਨ੍ਹਾਂ ਦੋਹਾਂ ਮਹਾਨ ਵਿਆਖਿਆਕਾਰਾਂ ਦੀ ਰਚਨਾ ਹੀ ਗੁਰਬਾਣੀ ਦੇ ਨਾਲ ਨਾਲ ਇੱਕ ਸਮਾਨ ਗਾਈ ਸੁਣੀ ਦੇ ਪ੍ਰਮਾਣ ਦੇ ਤੌਰ 'ਤੇ ਵਰਤੀ ਜਾਂਦੀ ਹੈ। ਆਨੰਦਪੁਰ ਤੋਂ ਆਗਿਆ ਲੈ ਕੇ ਭਾਈ ਨੰਦ ਲਾਲ ਜੀ ਆਗਰੇ ਆ ਗਏ। ਇਨ੍ਹਾਂ ਦਿਨਾਂ ਵਿੱਚ ਬਹਾਦਰ ਸ਼ਾਹ ਭਾਵ ਸ਼ਹਿਜ਼ਾਦਾ ਮੁਅੱਜ਼ਮ ਉਸਨੇ ਭਾਈ ਸਾਹਿਬ ਨੂੰ ਆਪਣੇ ਪਾਸ ਨੌਕਰ ਰੱਖ ਲਿਆ ਜਾਪਦਾ ਹੈ। ਪਰ ਕੁਦਰਤ ਨੂੰ ਭਾਈ ਸਾਹਿਬ ਦਾ ਆਗਰੇ ਵੀ ਬਹੁਤਾ ਚਿਰ ਰਹਿਣਾ ਮਨਜ਼ੂਰ ਨਹੀਂ ਸੀ। ਕਹਿੰਦੇ ਹਨ ਇੱਕ ਵਾਰੀ ਬਾਦਸ਼ਾਹ ਔਰੰਗਜ਼ੇਬ ਨੇ ਇਸਲਾਮੀ ਵਿਦਵਾਨਾਂ ਦੀ ਸਭਾ ਵਿੱਚ ਕੁਰਾਨ ਮਜੀਦ ਦੀ ਕਿਸੇ ਇੱਕ ਆਇਤ ਦੇ ਭਾਵ ਪੁੱਛੇ। ਕਈਆਂ ਨੇ ਵਿਸਥਾਰ ਨਾਲ ਦੱਸਣ ਦੇ ਯਤਨ ਕੀਤੇ, ਪਰ ਬਾਦਸ਼ਾਹ ਦੀ ਤਸੱਲੀ ਨਾ ਹੋਈ। ਸ਼ਹਿਜ਼ਾਦਾ ਮੁਅੱਜ਼ਮ ਵੀ ਉੱਥੇ ਮੌਜੂਦ ਸੀ। ਉਸਨੇ ਬਾਦਸ਼ਾਹ ਤੋਂ ਮੋਹਲਤ ਮੰਗੀ ਤਾਂ ਜੋ ਉਹ ਉਸ ਆਇਤ ਦੇ ਭਾਵ ਬਾਰੇ ਸੋਚ ਸਕੇ। ਮੋਹਲਤ ਦੇ ਦਿਨਾਂ ਵਿੱਚ ਸ਼ਹਿਜ਼ਾਦੇ ਨੇ ਹੋਰ ਆਲਮਾਂ ਤੋਂ ਛੁੱਟ ਭਾਈ ਨੰਦ ਲਾਲ ਪਾਸੋਂ ਵੀ ਉਸ ਆਇਤ ਦੇ ਭਾਵ ਪੁੱਛੇ। ਭਾਈ ਸਾਹਿਬ ਦੇ ਦੱਸੇ ਅਰਥ ਸ਼ਹਿਜ਼ਾਦੇ ਨੂੰ ਠੀਕ ਜਾਪੇ ਅਤੇ ਜਦ ਉਸਨੇ ਉਹਨਾਂ ਦਾ ਵਿਸਥਾਰ ਬਾਦਸ਼ਾਹ ਨੂੰ ਦੱਸਿਆ ਤਾਂ ਉਸ ਦੀ ਵੀ ਤਸੱਲੀ ਹੋ ਗਈ ਅਤੇ ਉਹ ਬਹੁਤ ਪ੍ਰਸੰਨ ਹੋਇਆ। ਜਦ ਇਹ ਪਤਾ ਲੱਗਾ ਕਿ ਇਹ ਅਰਥ ਭਾਈ ਨੰਦ ਲਾਲ ਨੇ ਕੀਤੇ ਹਨ ਤਾਂ ਭਾਈ ਸਾਹਿਬ ਨੂੰ ਬੁਲਾ ਕੇ ਵੱਡਾ ਇਨਾਮ ਦਿੱਤਾ। ਗੱਲਬਾਤ ਕਰਦਿਆਂ ਬਾਦਸ਼ਾਹ ਨੇ ਸ਼ਹਿਜ਼ਾਦੇ ਨੂੰ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਅਜਿਹਾ ਵਿਦਵਾਨ ਅਤੇ ਸੂਝਵਾਨ ਹਾਲੇ ਤੱਕ ਇਸਲਾਮ ਦੇ ਘੇਰੇ ਵਿੱਚ ਨਹੀਂ ਆਇਆ। ਭਾਈ ਨੰਦ ਲਾਲ ਬਾਦਸ਼ਾਹ ਦੀ ਨੀਅਤ ਤਾੜ ਗਈ। ਉਹਨਾਂ ਲਈ ਹੁਣ ਦੋ ਹੀ ਰਾਹ ਸਨ, ਜਾਂ ਤਾਂ ਮੁਸਲਮਾਨ ਹੋਣ ਜਾਂ ਫਿਰ ਕਿਧਰੇ ਹੋਰ ਸੁਰੱਖਿਅਤ ਥਾਂ ਚਲੇ ਜਾਣ। ਇਸਲਾਮ ਧਾਰਨ ਦਾ ਤਾਂ ਉਹਨਾਂ ਨੂੰ ਚੇਤਾ ਵੀ ਨਹੀਂ ਸੀ, ਕਿਉਂਕਿ ਉਹ ਤਾਂ ਅਮਰ ਪਾਤਸ਼ਾਹ ਦੋਹਾਂ ਜਹਾਨਾਂ ਦੇ ਮਾਲਕ ਦਿਲ ਜਾਨ ਦੇ ਰਾਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸੰਗਤ ਵਿੱਚ ਸ਼ਾਮਲ ਹੋ ਚੁੱਕੇ ਸਨ। ਉਹਨਾਂ ਦੇ ਇਸ ਵਿਸ਼ਵਾਸ ਨੂੰ ਡਰ ਜਾਂ ਲਾਲਚ ਡੁਲਾ ਨਹੀਂ ਸੀ ਸਕਦਾ। ਉਹਨਾਂ ਨੇ ਆਪਣੇ ਸੱਚੇ ਰੱਬੀ ਸੱਜਣ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਉੱਤੇ ਪੂਰਾ ਯਕੀਨ ਸੀ
ਤੇ ਅੰਤ ਉਹਨਾਂ ਨੇ ਅਨੰਦਪੁਰ ਸਾਹਿਬ ਪਹੁੰਚਣ ਦਾ ਹੀ ਫੈਸਲਾ ਕਰ ਲਿਆ ਤੇ ਮੌਕਾ ਲੱਗਦੇ ਹੀ ਉਹ ਅਨੰਦਪੁਰ ਸਾਹਿਬ ਪਹੁੰਚ ਗਏ। ਉਪਰੋਕਤ ਘਟਨਾ ਦੇ ਕਾਰਨ ਭਾਈ ਸਾਹਿਬ ਦਾ ਦਿਲ ਅਤ ਵਿਰਾਗਮਈ ਸੀ। ਕਲਗੀਆਂ ਵਾਲੇ ਸੱਚੇ ਪਾਤਸ਼ਾਹ ਦੀ ਵਡਿਆਈ, ਉਦਾਰਤਾ ਤੇ ਹੋਰ ਦੈਵੀ ਗੁਣਾਂ ਦਾ ਕਰਦੇ ਹੋਏ ਉਹ ਆਪਣੇ ਡੂੰਘੇ ਦਿਲੀ ਭਾਵਾਂ ਨੂੰ ਕਵਿਤਾ ਦਾ ਰੂਪ ਦਿੰਦੇ ਗਏ। ਪ੍ਰਭੂ ਭਗਤੀ, ਨਾਮ ਸਿਮਰਨ, ਨਾਮ ਰੰਗ ਰਤਿਆਂ ਅਤੇ ਸ਼ਰਧਾ ਭਾਵਨੀ ਦੇ ਅਮੋਲਕ ਬਚਨਾਂ ਨੂੰ ਆਪਣੀ ਕਵਿਤਾ ਵਿੱਚ ਪਰੋਇਆ। ਸ਼੍ਰੀ ਅਨੰਦਪੁਰ ਸਾਹਿਬ ਪੁੱਜਣ ਤੱਕ ਇਸ ਰਚਨਾ ਵਿੱਚ 514 ਸ਼ੇਅਰ ਲਿਖੇ ਜਾ ਚੁੱਕੇ ਸਨ। ਭਾਈ ਸਾਹਿਬ ਨੇ ਇਸ ਦਾ ਨਾਮ ਬੰਦਗੀਨਾਮਾ ਰੱਖ ਕੇ ਹਜ਼ੂਰ ਦੇ ਪੇਸ਼ ਕੀਤਾ, ਪਰੰਤੂ ਗੁਰਦੇਵ ਨੇ ਸੰਗਤ ਵਿੱਚ ਸਾਰੇ ਸ਼ੇਅਰ ਤੇ ਇਹਨਾਂ ਦੀ ਵਿਆਖਿਆ ਸੁਣਨ ਉਪਰੰਤ ਇਸ ਦਾ ਨਾਮ ਜ਼ਿੰਦਗੀਨਾਮਾ ਰੱਖਿਆ ਅਤੇ ਇੱਕ ਸ਼ੇਅਰ ਆਬੇ ਹੈਵਾ ਪੁਰਸ਼ੁਦਾ ਚੂੰ ਜਾਮ ਊਂ ਬੰਦਗੀਨਾਮਾ ਸ਼ੁਦਾ ਜਾਂ ਨਾਮ ਊਂ ਵਿੱਚ ਆਏ ਸ਼ਬਦਾਂ ਬੰਦਗੀਨਾਮਾ ਨੂੰ ਆਪਣੇ ਕਰ ਕਮਲਾਂ ਨਾਲ ਬਦਲ ਕੇ ਜ਼ਿੰਦਗੀਨਾਮਾ ਰੱਖ ਦਿੱਤਾ। ਇਤਿਹਾਸ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕੇਵਲ ਅਧਿਆਤਮਕ ਆਗੂ ਜਾਂ ਜੰਗੀ ਜਰਨੈਲ ਕਰਕੇ ਹੀ ਪ੍ਰਸਿੱਧ ਨਹੀਂ ਹਨ। ਉਹ ਆਪਣੇ ਸਮੇਂ ਦੇ ਇੱਕ ਰੂਹਾਨੀ ਕਵੀ, ਮਹਾਨ ਵਿਦਵਾਨ ਤੇ ਇਲਮ ਤੇ ਹੁਨਰ ਦੇ ਵੱਡੇ ਸਰਪ੍ਰਸਤ ਵੀ ਸਨ। ਉਸ ਸਮੇਂ ਸ਼ਾਇਦ ਅਨੰਦਪੁਰ ਤੋਂ ਛੁੱਟ ਭਾਰਤ ਵਿੱਚ ਹੋਰ ਕੋਈ ਅਜਿਹੀ ਥਾਂ ਨਹੀਂ ਸੀ ਜਿੱਥੇ ਇੱਕੋ ਵਕਤ ਇੰਨੇ ਵਿਦਵਾਨ ਕਵੀ ਇਕੱਤਰ ਹੋਣ। ਪੰਜਾਬੀ, ਬ੍ਰਿਜ ਭਾਸ਼ਾ, ਫਾਰਸੀ ਆਦਿ ਦੇ ਪ੍ਰਸਿੱਧ ਕਵੀ ਜਿਨ੍ਹਾਂ ਦੀ ਗਿਣਤੀ 52 ਤੱਕ ਦਿੱਤੀ ਹੋਈ ਹੈ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਤਕ ਦਰਬਾਰ ਦੇ ਰੁਕਨ ਸਨ। ਜਿਸ ਅਧਿਆਤਮਕ ਤੇ ਧਾਰਮਿਕ ਲਹਿਰ ਦੇ ਨੇਤਾ ਦੀ ਪਿਛਲੇ 100 ਸਾਲਾਂ ਤੋਂ ਮੁਗਲਾਂ ਜਿਹੇ ਜ਼ਬਰਦਸਤ ਹਕੂਮਤ ਖੂਨ ਦੀ ਤਿਹਾਈ ਰਹੀ ਹੋਵੇ ਤੇ ਜਿਸ ਨੇਤਾ ਦੇ ਪਹਿਲੇ 5 ਬਜ਼ੁਰਗਾਂ ਨੂੰ ਹਕੂਮਤ ਦੇ ਜ਼ੁਲਮਾਂ ਦਾ ਨਿਸ਼ਾਨਾ ਬਣਨਾ ਪਿਆ ਹੋਵੇ ਅਤੇ ਜਿਸ ਦੇ ਪਿਤਾ ਹਾਕਮਾਂ ਦੇ ਹੁਕਮ ਨਾਲ ਸ਼ਹੀਦ ਕਰ ਦਿੱਤੇ ਗਏ ਹੋਣ, ਜਿਸ ਦੇ ਮਾਸੂਮ ਬੱਚੇ ਕੋਹ ਕੇ ਮਾਰ ਦਿੱਤੇ ਗਏ ਹੋਣ ਅਤੇ ਸਥਾਨਕ ਮੁਗਲ ਹਾਕਮ ਵੀ ਹੀ ਨਹੀਂ ਸਗੋਂ ਆਲੇ ਦੁਆਲੇ ਦੇ ਹਿੰਦੂ ਰਾਜੇ ਵੀ ਜਿਸ ਦੇ ਦੁਸ਼ਮਣ ਰਹੇ ਹੋਣ ਅਤੇ ਜਿਸ ਨੂੰ ਪਹਿਲੀ ਉਮਰ ਤੋਂ ਹੀ ਜਾਨ ਦੇ ਖਤਰੇ ਦੀ ਡੱਫ ਵੱਜਦੀ ਸੁਣਾਈ ਦਿੰਦੀ ਹੋਵੇ ਅਤੇ ਜਿਸ ਨੂੰ ਧਰਮ ਤੇ ਅਣਖ ਦੀ ਰਾਖੀ ਲਈ 20 ਸਾਲਾਂ ਵਿੱਚ 14 ਲੜਾਈਆਂ ਲੜਨੀਆਂ ਪਈਆਂ ਅਤੇ ਅਖੀਰ ਜਿਸ ਨੂੰ 40-42 ਸਾਲ ਦੀ ਛੋਟੀ ਜਿਹੀ ਉਮਰ ਵਿੱਚ ਹੀ ਜਾਨ ਤੱਕ ਦੀ ਆਹੂਤੀ ਦੇਣੀ ਪਈ ਹੋਵੇ, ਉਸ ਵੱਲੋਂ ਇੰਨਾ ਉੱਚ ਕੋਟੀ ਦਾ ਸਾਹਿਤ ਪੈਦਾ ਕਰ ਸਕਣਾ ਕ੍ਰਿਸ਼ਮਾ ਹੀ ਸੀ। ਪਰ ਉਸ ਤੋਂ ਵੀ ਵਧੇਰੇ ਹੈਰਾਨ ਕਰਨ ਵਾਲਾ ਕ੍ਰਿਸ਼ਮਾ ਜਿਹੜਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਰ ਦਿਖਲਾਇਆ, ਉਹ ਸੀ ਖਾਲਸੇ ਦਾ ਸੰਕਲਪ ਤੇ ਉਸ ਦੀ ਸਿਰਜਣਾ, ਅਰਥਾਤ ਸਦੀਆਂ ਤੋਂ ਨਿਤਾਣੀ ਤੇ ਜਾਤ-ਪਾਤ ਵਿੱਚ ਵੰਡੀ ਹੋਈ ਹਿੰਦੂ ਕੌਮ ਦੀਆਂ ਨਿਗਰੀਆਂ ਤੇ ਨੀਵੀਆਂ ਜਾਤਾਂ ਵਿੱਚੋਂ ਅੰਮ੍ਰਿਤ ਛਕਾ ਕੇ ਇੱਕ ਅਜਿਹੀ ਅਣਖੀ ਤੇ ਦੇਸ਼ ਸੇਵਕ ਜਮਾਤ ਦਾ ਪੈਦਾ ਕਰ ਦੇਣਾ, ਜਿਸ ਨੇ 50-60 ਸਾਲਾਂ ਵਿੱਚ ਹੀ 700-800 ਸਾਲ ਦੇ ਗੁਲਾਮ ਹੋਏ ਪੰਜਾਬ ਨੂੰ ਸੁਤੰਤਰ ਕਰ ਵਿਖਾਇਆ ਅਤੇ ਜਲਦੀ ਹੀ ਪੰਜਾਬ ਰਾਜ ਦੀਆਂ ਹੱਦਾਂ ਸਿੰਧ ਤੋਂ ਲੈ ਕੇ ਤਿੱਬਤ, ਚੀਨ ਅਤੇ ਅਫਗਾਨਿਸਤਾਨ ਦੇ ਦਰਿਆਂ ਤੋਂ ਦਿੱਲੀ ਤੱਕ ਪਹੁੰਚ ਗਈਆਂ। ਇਤਨਾ ਵੱਡਾ ਪੰਜਾਬ ਜਿਹੜਾ ਖਾਲਸਾ ਨੇ ਆਪਣੇ 18ਵੀਂ ਤੇ 19ਵੀਂ ਸਦੀ ਸਥਾਪਿਤ ਕੀਤਾ, ਭਾਰਤ ਦੇ ਇਤਿਹਾਸ ਵਿੱਚ ਨਾ ਤਾਂ ਇਸ ਤੋਂ ਪਹਿਲਾਂ ਕਦੀ ਹੋਇਆ ਹੈ ਤੇ ਨਾ ਹੀ ਕਦੀ ਕਾਇਮ ਹੋਏਗਾ। ਭਾਈ ਨੰਦ ਲਾਲ ਜੀ ਨੇ ਉਸ ਵਕਤ ਬਕਾਇਦਾ ਖੰਡੇ ਦੀ ਪਾਹੁਲ ਛਕੀ ਅਤੇ ਉਹਨਾਂ ਦਾ ਨਾਮ ਗੁਰਦੇਵ, ਪੰਜਾਂ ਪਿਆਰਿਆਂ ਤੇ ਹੋਰ ਸਿੱਖਾਂ ਦੇ ਨਾਵਾਂ ਵਿੱਚ ਤਬਦੀਲੀ ਦੀ ਰੀਤੀ ਅਨੁਸਾਰ ਭਾਈ ਨੰਦ ਲਾਲ ਤੋਂ ਭਾਈ ਨੰਦ ਲਾਲ ਸਿੰਘ ਰੱਖਿਆ ਗਿਆ। ਹਾਂ, ਗੁਰਦੇਵ ਜੀ ਵਧੇਰੇ ਕਰਕੇ ਉਹਨਾਂ ਨੂੰ ਪਿਆਰ ਨਾਲ ਲਾਲ ਜੀ ਕਹਿ ਕੇ ਸੰਬੋਧਨ ਕਰਦੇ ਸਨ। ਸ਼੍ਰੀ ਗੁਰੂ ਜੀ ਦੀ ਹਜ਼ੂਰੀ ਵਿੱਚ ਰਹਿ ਕੇ ਸਿੱਖ ਧਰਮ ਅਤੇ ਖਾਲਸੇ ਦੀ ਰਹਿਤ ਮਰਿਆਦਾ ਨੂੰ ਜਿਸ ਉੱਚ ਪੱਧਰ ਤੱਕ ਭਾਈ ਸਾਹਿਬ ਨੇ ਸਮਝਿਆ ਤੇ ਸਮਝਾਇਆ, ਉਹ ਹੋਰ ਵਿਦਵਾਨਾਂ ਦੇ ਹਿੱਸੇ ਘੱਟ ਹੀ ਆਇਆ ਹੈ। ਇਸ ਗੱਲ ਦੀ ਗਵਾਹੀ ਭਾਈ ਸਾਹਿਬ ਦੀ ਆਪਣੀਆਂ ਰਚਨਾਵਾਂ ਤੋਂ ਮਿਲਦੀ ਹੈ। ਗੁਰੂ ਸਾਹਿਬ ਜੀ ਨੇ ਆਪ ਨੂੰ ਦੀਵਾਨ ਦੀ ਪਦਵੀ ਉੱਤੇ ਨਿਯੁਕਤ ਕਰਨਾ ਚਾਹਿਆ, ਪਰ ਭਾਈ ਸਾਹਿਬ ਨੇ ਲੰਗਰ ਦੀ ਸੇਵਾ ਨੂੰ ਹੀ ਸਰਵਸ਼੍ਰੇਸ਼ਟ ਸਮਝਿਆ। ਤੇ ਇੱਕ ਵਾਰੀ ਸਿੱਖ ਸੰਗਤਾਂ ਦੀ ਵੱਖ-ਵੱਖ ਡੇਰਿਆਂ ਦੇ ਲੰਗਰਾਂ ਬਾਰੇ ਟੀਕਾ ਟਿੱਪਣੀ ਸੁਣ ਕੇ ਗੁਰੂ ਸਾਹਿਬ ਭੇਸ ਵਟਾ ਕੇ ਸਾਰੇ ਡੇਰਿਆਂ ਵਿੱਚ ਗਏ ਅਤੇ ਵੇਖਿਆ ਕਿ ਭਾਈ ਨੰਦ ਲਾਲ ਦੇ ਡੇਰੇ ਵਿੱਚ ਹਰ ਵੇਲੇ ਲੰਗਰ ਤਿਆਰ ਮਿਲਦਾ ਹੈ ਤੇ ਉਹਨਾਂ ਕੋਲ ਜੋ ਕੁਝ ਵੀ ਹੁੰਦਾ ਹੈ ਉਹ ਹਾਜ਼ਰ ਕਰ ਦਿੰਦੇ ਹਨ। ਭਾਈ ਨੰਦ ਲਾਲ ਜੀ ਦਸੰਬਰ 1705 ਈਸਵੀ ਤੱਕ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਅਨੰਦਪੁਰ ਹੀ ਠਹਿਰੇ ਰਹੇ। ਇਉਂ ਪ੍ਰਤੀਤ ਹੁੰਦਾ ਹੈ ਕਿ ਜਦ ਅਨੰਦਪੁਰ ਦੇ ਘੇਰੇ ਸਮੇਂ ਗੁਰੂ ਸਾਹਿਬ ਨੂੰ ਆਪਣਾ ਨਿਵਾਸ ਸਥਾਨ ਛੱਡਣਾ ਪਿਆ ਤੇ ਸਰਸਾ ਨਦੀ ਦੇ ਕੰਢੇ 'ਤੇ ਸਾਰਾ ਪਰਿਵਾਰ ਬਿਖੜ ਗਿਆ ਤਾਂ ਸਿੱਖ ਵੀ ਵੱਖ-ਵੱਖ ਹੋ ਗਏ ਤਾਂ ਭਾਈ ਸਾਹਿਬ ਵੀ ਕਿਧਰੇ ਵਿਛੜ ਗਏ। ਇਸ ਤੋਂ ਬਾਅਦ ਲਾਲਾ ਪਰਮਾਨੰਦ ਅਰੋੜਾ ਦੇ ਲੇਖਾਂ ਵਿੱਚ ਜ਼ਿਕਰ ਆਉਂਦਾ ਹੈ ਕਿ ਜਦ ਬਾਦਸ਼ਾਹ ਫਰਖਸ਼ੀਰ ਗੱਦੀ 'ਤੇ ਬੈਠਾ ਸੀ ਤਾਂ ਉਦੋਂ ਤੱਕ ਭਾਈ ਸਾਹਿਬ ਜੀ ਜਿਉਂਦੇ ਸਨ, ਕਿਉਂਕਿ ਉਹ ਜਦੋਂ
1710 ਈਸਵੀ ਵਿੱਚ ਸ਼ਾਹੀ ਕੈਂਪ ਦੇ ਨਾਲ ਸਨ ਅਤੇ ਉਹ ਪੰਜਾਬ ਆਏ ਸਨ ਅਤੇ ਲਾਹੌਰ ਵਿੱਚ ਬਾਦਸ਼ਾਹ ਦੀ ਮੌਤ ਪਿੱਛੋਂ ਜਾਂ ਕੁਝ ਕੁ ਸਮਾਂ ਪਹਿਲਾਂ 1712 ਈਸਵੀ ਵਿੱਚ ਉਹ ਮੁਲਤਾਨ ਚਲੇ ਗਏ ਸਨ ਅਤੇ ਉੱਥੇ ਹੀ ਉਹ ਸਵਰਗਵਾਸ ਹੋ ਗਏ ਸਨ। ਇਹ ਉਹਨਾਂ ਦਾ ਸੰਖੇਪ ਜੀਵਨ ਬਾਰੇ ਦੱਸਿਆ ਗਿਆ ਇਸ ਵਿੱਚ। ਹੁਣ ਜੋ ਭਾਈ ਨੰਦ ਲਾਲ ਜੀ ਦੀ ਮਹਾਨ ਰਚਨਾਵਾਂ ਹਨ ਉਹਨਾਂ ਬਾਰੇ ਆਪਾਂ ਅਗਲੇ ਪਾਰਟ ਵਿੱਚ ਜ਼ਿਕਰ ਕਰਾਂਗੇ। ਸੰਗਤ ਜੀ, ਆਪ ਉਹਨਾਂ ਨੂੰ ਵੀ ਬਹੁਤ ਜ਼ਰੂਰ ਸੁਣਨਾ, ਕਿਉਂਕਿ ਉਹਨਾਂ ਨੇ ਇੰਨਾ ਸੁੰਦਰ, ਭਾਈ ਸਾਹਿਬ ਨੇ ਲਿਖਿਆ ਹੈ, ਰਚਨਾਵਾਂ ਇੰਨੀਆਂ ਸੁੰਦਰ ਹਨ ਕਿ ਸੁਣ ਕੇ ਪੜ੍ਹ ਕੇ ਵਾਹ ਵਾਹ ਕਰਨ ਨੂੰ ਦਿਲ ਕਰਦਾ ਹੈ। ਤਾਂ ਆਪ ਦੂਜਾ ਪਾਰਟ ਵੀ ਜ਼ਰੂਰ ਸੁਣਨਾ, ਉਸ ਵਿੱਚ ਭਾਈ ਸਾਹਿਬ ਦੀਆਂ ਰਚਨਾਵਾਂ ਬਾਰੇ ਵਿਸਥਾਰ ਨਾਲ ਦੱਸਾਂਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।